बिस्मिल्लाहिर्रहमानिर्रहीम अस्सलाम वालेकुम दोस्तों, मैं ਤੁਹਾਡਾ ਹੋਸਟ ਗੁਲਾਮ ਮੁਸਤਫਾ ਸਿੰਧੂ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਸਿੰਧੂ ਪੀਕੇ। ਦੋਸਤੋ ਅੱਜ ਮੈਂ ਤਹਿਸੀਲ ਕਬੀਰਵਾਲਾ ਦੇ ਅੰਦਰ ਇੱਕ ਦਿਹਾਤ 'ਚ ਮੌਜੂਦ ਹਾਂ ਤੇ ਅੱਜ ਮੇਰੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਹਿਸਟਰੀ ਜਿਹੜੀ ਹੈ ਉਹਦੇ ਤੇ ਰੋਸ਼ਨੀ ਪਾਵਾਂਗੇ ਤੇ ਮੈਂ ਉਮੀਦ ਕਰਾਂਗਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਏਗੀ। ਅਗਰ ਤੁਸੀਂ ਮੇਰੇ ਚੈਨਲ ਤੇ ਨਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਹਰ ਇੱਕ ਆਉਣ ਵਾਲੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਰ ਵਕਤ ਪਹੁੰਚਦਾ ਰਹੇ। ਤੇ ਆਓ ਕਰਨੇ ਫਿਰ ਆਪਣੀ ਵੀਡੀਓ ਦਾ ਆਗਾਜ਼। अस्सलाम वालेकुम। वालेकुम सलाम। बाबा जी की नाम ਤੁਹਾਡਾ? मोहम्मद शफी। बाबा जी किन्नी उम्र है ਤੁਹਾਡੀ? मेरी उम्र हैगी है कोई हिंदुस्तान च चौथी च पढ़दा ही मैं। ਅੱਛਾ ਜੀ, ਅੱਜ ਕੱਲ 85 ਲਾ ਲਾ। ਅੱਛਾ ਇਹ ਦੱਸੋ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਕਿਹੜੇ ਪਿੰਡ ਵਿੱਚ ਰਹਿੰਦੇ ਸੀ? ਅਸੀਂ ਪਿੰਡ 'ਚ ਰਹਿੰਦੇ ਹਰੀਲੇ ਸ਼ਹਿਰ 'ਚ। ਅੱਛਾ ਉਹਦੇ ਨਾਲ ਨਾਲ ਕਿਹੜਾ ਮੌਜ਼ਾ ਜਾਂ ਚੱਕ ਜਾਂ ਪਿੰਡ ਸੀਗਾ? ਉਹਦੇ ਨਾਲ ਨਾਲ ਹੈਗੇ ਸੀ ਚੱਕ, ਇੱਕ ਤਲਵਾੜਾ ਸੀਗਾ ਮੁਸਲਮਾਨਾਂ ਦਾ, ਅੱਧਾ ਸਿੱਖਾਂ ਦਾ ਸੀ, ਅੱਛਾ ਤੇ ਇੱਕ ਨਾਲ ਹੈਗਾ ਪਿੰਡ ਸਿੱਖਾਂ ਦਾ। ਉਹ ਤੁਹਾਡੇ ਪਿੰਡ ਤੋਂ ਲਹਿੰਦੇ ਪਾਸੇ ਸੀ ਚੜ੍ਹਦੇ ਪਾਸੇ ਸੀ? ਸਾਡੇ ਪਿੰਡ ਤੋਂ ਚੜ੍ਹਦੇ ਪਾਸੇ। ਅੱਛਾ ਜਿਹੜੇ ਪਿੰਡ ਵਿੱਚ ਤੁਸੀਂ ਰਹਿੰਦੇ ਸੀਗੇ ਉਹਦੀ ਕਿੰਨੀ ਕੁ ਆਬਾਦੀ ਸੀ? ਉਹਦੀ ਆਬਾਦੀ ਥੋੜ੍ਹੀ ਸੀ, ਜਿੰਨੀ ਇੱਥੇ ਨਾ ਆਪਣੀ ਹਾਂਜੀ ਇੰਨੀ ਸੀ, 200-400 ਘਰ ਹੈ ਸੀ? ਨਹੀਂ ਥੋੜ੍ਹਾ ਸੀ। ਅੱਛਾ ਕਿੰਨੇ ਕੁ ਉਹਦੇ ਚ ਮੁਸਲਮਾਨ ਸੀ ਤੇ ਕਿੰਨੇ ਸਿੱਖ ਜਾਂ ਦੂਸਰੀ ਸਿੱਖ ਕੌਮ? ਕੋਈ ਨਹੀਂ ਸੀ, ਮੁਸਲਮਾਨ ਸੀ ਸਾਰੇ ਸਾਰੇ? ਸਾਰੇ। ਅੱਛਾ ਉਹ ਜਿਹੜਾ ਪਿੰਡ ਸੀ ਉਹ ਕਿਹੜੀ ਤਹਿਸੀਲ 'ਚ ਜਾਂ ਜ਼ਿਲ੍ਹੇ ਦੇ ਵਿੱਚ ਵਾਕਿਆ ਸੀ? ਉਹ ਗੁਰਦਾਸਪੁਰ ਜ਼ਿਲ੍ਹਾ ਸੀਗਾ ਗੁਰਦਾਸਪੁਰ, ਤਹਿਸੀਲ ਬਟਾਲਾ। ਤਹਿਸੀਲ ਬਟਾਲਾ। ਬਟਾਲਾ। ਅੱਛਾ ਇਹ ਦੱਸੋ ਵੀ ਉਹਦੇ ਨਾਲ ਜਿਹੜਾ ਤੁਹਾਡਾ ਪਿੰਡ ਸੀ ਤੁਹਾਨੂੰ ਕਿਹੜੇ ਯਾਨੀ ਰਜਵਾਏ ਦਾ ਜਾਂ ਨਹਿਰ ਦਾ ਪਾਣੀ ਲੱਗਦਾ ਸੀ? ਉਹ ਸਾਨੂੰ ਨਹਿਰ ਦਾ ਪਾਣੀ ਲੱਗਦਾ ਸੀ ਜਿਹੜੀ ਜਾਂਦੀ ਸੀ ਨਾ ਗਾਂ ਅੰਮ੍ਰਿਤਸਰ ਨੂੰ। ਅੰਮ੍ਰਿਤਸਰ? ਤੇ ਦਰਿਆ ਕਿਹੜਾ ਨਜ਼ਦੀਕੀ ਸੀ? ਇਹੋ ਬਿਆਸਾ। ਬਿਆਸਾ? ਇਹ ਬਿਆਸਾ ਹਿੰਦੁਸਤਾਨ 'ਚ ਨਹੀਂ, ਸਾਡੇ ਨਾਲ ਗੁੰਡੀ ਵਗਦਾ ਸੀ। ਅੱਛਾ ਉਹ ਹਿੰਦੁਸਤਾਨ 'ਚ ਤੁਸੀਂ ਦੱਸਿਆ ਜਿਵੇਂ ਕਿ 4 ਕਲਾਸਾਂ ਤੁਸੀਂ ਪੜ੍ਹੀਆਂ ਨੇ, ਤੁਹਾਨੂੰ ਸਕੂਲ ਦਾ ਨਾਂ ਯਾਦ ਹੈ? ਹਾਂ ਸਕੂਲ ਦਾ ਨਾਂ ਸ਼ਹਿਰ ਹਰੀਲੇ ਸ਼ਹਿਰ ਦੇ ਵਿੱਚ। ਉਸਤਾਦ ਦਾ ਨਾਂ ਯਾਦ ਹੈ? ਸਾਧ ਦਾ ਨਾਂ ਕਰਾਰ ਦੂਸਰੀ ਮਤਲਬ ਭੁੱਲ ਗਏ। ਕਰਾੜ ਸੀ ਉਸਤਾਦ? ਅੱਛਾ ਉਸ ਸਕੂਲ ਦੇ ਵਿੱਚ ਕਿੰਨੇ ਕੁ ਬੱਚੇ ਆਉਂਦੇ ਸੀ ਪੜ੍ਹਨ? ਸਕੂਲ ਉੱਥੇ ਹੈਗੇ ਜਮਾਤ 5ਵੀਂ ਤਾਈਂ ਉੱਥੇ ਸ਼ਹਿਰ, ਤੇ 10ਵੀਂ ਤਾਈਂ ਉਹ ਗਾਂ ਸੇ ਬਣਾਇਆ ਸ਼ਹਿਰੋਂ ਬਾਹਰ। ਅੱਛਾ ਉਹ ਜਿਹੜਾ 10ਵੀਂ ਤੱਕ ਸਕੂਲ ਸੀ ਉਹਦਾ ਕੀ ਨਾਂ ਸੀ, ਯਾਦ ਨਾ? ਅੱਛਾ ਇਹ ਦੱਸੋ ਤੁਸੀਂ ਜਿਵੇਂ ਦੱਸਿਆ ਵੀ ਜਿਸ ਤਰ੍ਹਾਂ ਵੀ ਚੌਥੀ ਜਮਾਤ ਤੁਸੀਂ ਪੜ੍ਹੇ ਜੇ, ਸਾਫ ਜ਼ਾਹਿਰ ਤੁਹਾਡੇ ਕਲਾਸ ਫੈਲੋ ਵੀ ਹੋਣਗੇ, ਕਲਾਸ ਫੈਲੋ ਦਾ ਕਿਸੇ ਦਾ ਨਾਂ ਦੱਸੋ? ਗੁਲਾਮ ਰਸੂਲ, ਅਬਦੁਲਵਾਦ, ਅੱਛਾ ਖੁਦਾ ਬਖਸ਼। ਅੱਛਾ ਇਸ ਤਰ੍ਹਾਂ ਇਹ ਦੱਸੋ ਤੁਹਾਡੇ ਉੱਥੇ ਕਿੰਨਾ ਕੁ ਰਕਬਾ ਸੀ ਹਿੰਦੁਸਤਾਨ ਦੇ ਵਿੱਚ? ਸਾਡਾ ਰਕਬਾ ਹੈਗਾ ਸੀ, ਉਦੋਂ ਹੈਗੀ ਸੀ ਉਹ ਹਿੰਦੁਸਤਾਨ ਦੇ ਵਿੱਚ ਮਰਬੀ ਵੰਡ ਨਹੀਂ ਸੀ, ਅੱਛਾ ਕਿੱਲੇ ਵੰਡ ਸੀ। ਅੱਛਾ ਸਾਡਾ ਰਕਬਾ ਹੈਗਾ ਸੀ ਸਾਰੇ ਮੌਜ ਦੇ ਵਿੱਚ। ਅੱਛਾ ਕਿੰਨਾ ਕੁ ਸੀ ਤਕਰੀਬਨ? ਹਰ ਕਿਸੇ ਦਾ ਹੈਗਾ, ਕੋਈ ਦਾ 10 ਕਿੱਲੇ ਇੱਥੇ, 4 ਕਿੱਲੇ ਉਹ ਪੁਲ ਲੱਗ ਗਏ, 15 ਕਿੱਲੇ ਉਹ ਉੱਥੇ ਜਾ ਕੇ ਜਸਵਾਈ ਪੁਲ ਕੋ, ਇਸ ਤਰ੍ਹਾਂ ਹੀ। ਅੱਛਾ ਪਿੰਡ ਤੋਂ ਕਿੰਨਾ ਕੁ ਦੂਰ ਸੀਗਾ? ਜਿਹੜਾ ਜਿੱਥੇ ਪਿੰਡ ਸੀਗਾ ਉੱਥੇ ਤੇ ਸਾਡੇ ਲਾਗੇ ਹੈਗਾ 4-5 ਕਿੱਲੇ ਅੱਛਾ ਦੂਰ ਆ ਹਟਵਾ। ਉਹਨੂੰ ਕਿਹੜੀ ਕੋਈ ਸੜਕ ਵਗੈਰਾ ਲੱਗਦੀ ਸੀ? ਕੱਚੀ ਸੀ, ਪੱਕੀ ਸੀ, ਕੈਸੀ ਸੜਕ ਸੀ? ਜਿਹੜੀ ਜਾਂਦੀ ਸੀ ਨਾ ਬਟਾਲੇ ਨੂੰ ਤਹਿਸੀਲ ਨੂੰ, ਹਾਂਜੀ ਉਹ ਕੱਚੀ ਸੀ। ਹਿੰਦੁਸਤਾਨ 'ਚ ਸਾਰੀਆਂ ਕੱਚੀਆਂ ਹੀ ਸੀਗੀਆਂ। ਅੱਛਾ ਅੱਛਾ ਅੰਮ੍ਰਿਤਸਰ ਨੂੰ ਲੱਗ ਜਾਂਦੀ ਸੀ ਉਹ ਵੀ ਕੱਚੀ ਸੀ, ਇਹ ਬਟਾਲੇ ਨੂੰ ਜਾਂਦੀ ਉਹ ਵੀ ਕੱਚੀ ਸੀ। ਅੱਛਾ ਉੱਥੇ ਤੁਸੀਂ ਕਿਹੜੀਆਂ ਫਸਲਾਂ ਜ਼ਿਆਦਾਤਰ ਕਾਸ਼ਤ ਕਰਦੇ ਸੀ? ਉੱਥੇ ਕਮਾਦ ਤੇ ਮਕਈਆਂ ਤੇ ਮਾਂ ਤੇ ਤਿਲ। ਅੱਛਾ ਤੇ ਗੰਦਮ ਵਗੈਰਾ ਕਪਾਸ ਇਹ ਕਾਸ਼ ਨਹੀਂ ਸੀ? ਗੰਦਮ ਕਪਾਹ ਨਹੀਂ ਸੀ, ਦੇਸੀ ਬੀਜਦੇ ਸੀ, ਤੋਈ ਨਹੀਂ ਬੀਜਦੇ। ਅੱਛਾ ਉੱਥੇ ਪਾਣੀ ਕਾਹਦਾ ਲਾਉਂਦੇ ਸੀ? ਟਿਊਬਵੈੱਲ ਦਾ, ਨਹਿਰ ਦਾ, ਦਰਿਆ ਦਾ? ਨਹਿਰ ਦਾ। ਇਹ ਦੱਸੋ ਬਈ ਜਦੋਂ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਟਵਾਰਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਕਿ ਪਾਕਿਸਤਾਨ ਸਾਡਾ ਅਲੱਗਾ ਹੋ ਗਿਆ? ਪਹਿਲਾਂ ਤਾਂ ਸਾਡੇ 5 ਜ਼ਿਲ੍ਹੇ ਬੋਲੇ ਸੀ ਪਾਕਿਸਤਾਨ। ਅੱਛਾ ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ ਤੇ ਅੰਮ੍ਰਿਤਸਰ ਅੱਛਾ ਤੇ ਫਿਰੋਜ਼ਪੁਰ, ਇਹ 5 ਪਹਿਲਾਂ ਬੋਲੇ ਸੀਗੇ ਪਾਕਿਸਤਾਨ। ਅੱਛਾ
ਇਹ ਐਲਾਨ ਹੋਇਆ ਸੀ ਕਿ ਐਲਾਨ ਹੋਇਆ ਸੀ। ਅੱਛਾ, ਇਹ ਸਾਰੀ ਹਿਸਟਰੀ ਜਿਹੜੀਆਂ ਨੇ ਤੁਸੀਂ ਸਾਡੇ ਨਾਜ਼ਰੀਨ ਨੂੰ ਦੱਸੋ ਵੀ ਕਿਸ ਤਰ੍ਹਾਂ ਐਲਾਨ ਹੋਇਆ, ਕਿਵੇਂ ਫਿਰ ਤੁਸੀਂ ਧੱਕੇ ਖਾਂਦੇ, ਤਕਲੀਫਾਂ ਬਰਦਾਸ਼ਤ ਕਰਦੇ ਹੋਏ ਪਾਕਿਸਤਾਨ ਪਹੁੰਚੇ। ਮੁੜ ਐਲਾਨ ਹੋਇਆ ਕਿ ਵੀ ਪਾਕਿਸਤਾਨ ਨੇ ਪੰਜ ਲਿਆ। ਅੱਛਾ, ਰਾਤ ਨੂੰ ਐਲਾਨ ਹੋਇਆ, ਸਵੇਰ ਨੂੰ ਰਾਤ ਹੀ ਉਹਨਾਂ ਨੇ ਨਾ ਵੱਡੀ ਦਿੱਤੀ ਅੰਗਰੇਜ਼ਾਂ ਨੂੰ। ਉਹਨਾਂ ਹੀ ਦੱਸਿਆ ਕਿ ਇੰਨਾ ਚੁੱਲ੍ਹਾ ਲਾਇਆ। ਅੱਛਾ, ਰਾਤ ਦੀ ਤੇ ਸਵੇਰ ਨੂੰ ਸਾਡਾ ਹਿੰਦੁਸਤਾਨ ਬੋਲ ਗਿਆ। ਅੱਛਾ, ਮੁੜ ਅਸੀਂ ਕੰਪ ਦੇ ਵਿੱਚ ਰਹੇ ਹਾਂ, ਪਰ ਸਾਡੇ ਲਾਗੇ ਸੀ ਕੋਠੀ। ਅੱਛਾ, ਉਸ ਕੰਪ ਦੇ ਵਿੱਚ ਰਹੇ ਹਾਂ। ਉੱਥੋਂ ਮੁੜਿਆ ਨੂੰ ਕੋਈ ਬੱਸਾਂ ਚੱਲ ਪਈਆਂ। ਨਹੀਂ, ਤੁਸੀਂ ਉੱਥੋਂ ਕੈਂਪ ਦੇ ਵਿੱਚ ਰਹਿ ਜੇ ਤੇ ਉਹ ਕੈਂਪ 'ਚ ਤੁਹਾਡੇ ਸਾਰਾ ਖਾਨਦਾਨ ਆ ਗਿਆ ਸੀ? ਕਿਤਨੇ ਕੁ ਬੰਦੇ ਆਏ ਸੀ? ਸਾਰਾ ਪਿੰਡ ਆ ਗਿਆ ਸੀ? ਕਿਸ ਤਰ੍ਹਾਂ ਆਏ ਕੈਂਪ 'ਚ? ਕੈਂਪ ਦੇ ਵਿੱਚ ਸਾਰਾ ਸ਼ਹਿਰ ਜਿਹੜੇ ਮੁਸਲਮਾਨ ਸੀ ਉਹ ਵੀ ਆ ਗਏ, ਲਾਗੇ ਜਿਹੜੇ ਸਾਰੇ ਆ ਗਏ। ਅੱਛਾ, ਉਹ ਕੈਂਪ ਤੋਂ ਬਾਅਦ ਫਿਰ ਕਿਵੇਂ ਆਏ? ਕਿੱਧਰ ਗਏ? ਕੈਂਪ ਦੇ ਵਿੱਚੋਂ ਬਾਅਦ ਫਿਰ ਜਾਂਦੀਆਂ ਰਹੀਆਂ ਬੱਸਾਂ। ਤੁਸੀਂ ਬੱਸਾਂ ਦੇ ਥਰੂ ਆਏ? ਤੈਨੂੰ ਮੈਂ ਦੱਸਣਾ ਨਾ, ਬੱਸਾਂ ਜਾਂਦੀਆਂ ਰਹੀਆਂ ਤੇ ਕੁਛ ਅਸੀਂ ਬੱਸਾਂ 'ਚ ਲਮਕ ਕੇ ਆ ਗਏ ਤੇ ਕੁਛ ਉੱਥੇ ਮੁੜ ਕੇ ਕਾਫਲੇ ਦੇ ਨਾਲ ਆਏ। ਅੱਛਾ, ਰਸਤੇ ਦੇ ਵਿੱਚ ਕੋਈ ਤੁਹਾਨੂੰ ਤਕਲੀਫ ਹੋਈ ਹੋਵੇ, ਜਿਵੇਂ ਕਿ ਸੁਣਦੇ ਨੇ ਕਤਲੋ ਗਾਰਤ ਬੜੀ ਹੋਈ ਹੈ? ਬੜੀ ਕਤਲ ਬਟਾਲੇ ਅਸੀਂ ਤੋਂ ਹੀ ਆਏ ਹਾਂ, ਉਦੋਂ ਜੱਸਾ ਪੈ ਗਿਆ। ਅੱਛਾ, ਅਸੀਂ ਮੁੜ ਲਾਗੇ ਸੀਗੀਆਂ ਤਰਖਾਣਾ ਦੇ ਮਕਾਨ, ਉਹਦੇ ਵਿੱਚ ਜਾ ਉਹਨਾਂ ਨੇ ਨਾ ਬੂਰਾ ਭਰੇ ਸੀ। ਔਰ ਸਾਡੀ ਜਿਹੜੀ ਹੈ ਨਾ ਫੌਜ, ਇਹ ਹੈਗੀ ਸੀ ਟਾਪੂਆਂ ਤੋਂ ਪਾਰ ਕੱਢੀ ਸੀ ਅੰਗਰੇਜ਼ ਨੇ। ਅੱਛਾ, ਮੁਸਲਮਾਨ ਨੇ ਫੌਜ ਨਹੀਂ ਸੀ। ਅੱਛਾ, ਔਰ ਰਾਜ ਬਟਾਲੇ ਜੱਸਾ ਪਿਆ, ਉੱਥੇ ਕੁਛ ਮਾਰੇ ਮੁਰੇ ਗਏ। ਜੱਸਾ ਤੋਂ ਕੀ ਮੁਰਾਦ ਵੀ ਹਮਲਾ ਹੋਇਆ? ਹਮਲਾ ਹੋ ਗਿਆ। ਅੱਛਾ, ਉੱਥੇ ਕਤਲੋਗਾਰਦ ਹੋਈ। ਮੁੜ ਜਿਹੜੇ ਲੋਕ ਲੱਗ ਕੇ ਬਚ ਗਏ। ਮੁੜ ਉੱਥੋਂ ਸਵੇਰ ਨੂੰ ਕਈਆਂ ਦਿਨਾਂ ਪਿੱਛੋਂ ਉਹਨੇ ਚਿਰ ਜੱਸੇ ਪੀਂਦੇ ਰਹੇ ਜੇ ਮੁਸਲਮਾਨ ਨੇ ਫੌਜ ਨਹੀਂ ਆਈ। ਅੱਛਾ, ਕਿੰਨੇ ਕੁ ਦਿਨ ਪੈਂਦੇ ਰਹੇ ਜੱਸੇ ਪੀਂਦੇ ਰਹੇ 15-20 ਦਿਨ। 15-20 ਦਿਨ। ਅੱਛਾ, ਬੈਠੇ ਰਹੇ ਉਹ ਬੰਗਲਿਆਂ 'ਚ ਜਿੱਥੇ ਕਾਫਲੇ ਬਣ ਕੇ ਬੈਠੇ ਸੀ। ਤੁਹਾਡੇ ਕਾਫਲੇ ਤੇ ਵੀ ਹਮਲਾ ਹੋਇਆ ਸੀ? ਸਾਡੇ ਕਾਫਲੇ ਤੇ ਬਟਾਲਿਆਂ ਹੋਇਆ। ਅੱਛਾ, ਉੱਥੇ ਵਾਹਵਾ ਕਤਲੋਗਾਰਦ ਹੋਈ ਆ। ਮੁੜ ਸਵੇਰ ਨੂੰ 10-20 ਦਿਨ ਤੇ ਬੈਠੇ ਰਹੇ ਸੀ ਆਪਣੇ ਬੰਗਲੇ 'ਚ। ਅੱਛਾ, ਉੱਥੇ ਜੱਸਾ ਨਹੀਂ ਪਿਆ। ਮੁੜ ਜਦੋਂ ਬਟਾਲੇ ਆਏ ਉਦੋਂ ਜੱਸਾ ਪਿਆ। ਅੱਛਾ, ਮੁੜ ਕਿੰਨਾ ਕੁ ਨੁਕਸਾਨ ਹੋਇਆ ਫਿਰ? ਬੜਾ ਨੁਕਸਾਨ ਹੋਇਆ ਸੀ ਉੱਥੇ। ਨਹੀਂ, ਇਹ ਕਿਹੜੇ ਯਾਨੀ ਕੌਮ ਸੀਗੀ ਜਿਹੜੀ ਮੁਸਲਮਾਨਾਂ ਤੇ ਹਮਲਾ ਕਰਦੀ ਸੀ? ਇਹੋ ਸਿੱਖ ਹੀ ਸੀਗੇ। ਸਿੱਖ ਕਰਦੇ ਸੀ? ਕਿਸ ਵਜ੍ਹਾ ਤੋਂ ਕਰਦੇ ਸੀ? ਮਾਰਦੇ ਸੀਗੇ ਕਿ ਹੋਰ ਕਰਦੇ? ਲੁੱਟਦੇ ਸੀ। ਅੱਛਾ, ਲੁੱਟਦੇ ਸੀ, ਯਾਨੀ ਮਾਲੋ ਦੌਲਤ ਖੋਣ ਵਾਸਤੇ। ਆਹੋ। ਅੱਛਾ, ਮੁੜ ਬਟਾਲੇ ਆਏ ਜਿਹੜੇ ਬੱਸਾਂ ਦੇ ਉੱਤੇ ਲਮਕ ਕੇ ਮੁੜ ਬਟਾਲੇ ਆ ਕੇ ਜਦੋਂ ਜੱਸਾ ਪਿਆ ਕੇ ਹਟ ਗਿਆ। ਬਾਰਿਸ਼ਾਂ ਬੜੀਆਂ ਹੁੰਦੀਆਂ ਸੀ। ਅੱਛਾ, ਮੁੜ ਮੁਸਲਮਾਨਾਂ ਦੀ ਫੌਜ ਆ ਗਈ। ਅੱਛਾ, ਮੁੜ ਉਹਨਾਂ ਨੇ ਆਖਿਆ ਵੀ ਕੋਈ ਫਿਕਰ ਨਾ ਕਰੋ, ਹੁਣ ਅਸੀਂ ਆ ਗਏ ਹਾਂ। ਅੱਛਾ, ਬੇਫਿਕਰ ਹੋ ਗਏ, ਤੁਰੇ ਜਿੱਥੋਂ ਮਰਜੀ। ਮੁੜ ਜਦੋਂ ਕਾਫਲਾ ਤੁਰਿਆ ਹੈ, ਲਾਗੋ ਗੰਨੇ ਵੀ ਪੰਜ ਚੂਦੇ ਰਹੇ, ਬੜਾ ਪਰ ਬਾਲਣ ਵੀ ਲਿਆਉਂਦੇ ਰਹੇ। ਮੁੜ ਸਾਨੂੰ ਕੋਈ ਟੈਨਸ਼ਨ ਕੋਈ ਨਹੀਂ ਸੀ। ਅੱਛਾ, ਫਿਰ ਹਿੰਦੁਸਤਾਨ 'ਚ ਤੁਸੀਂ ਸਭ ਤੋਂ ਪਹਿਲੇ ਕਿਹੜੀ ਜਗ੍ਹਾ ਤੇ ਆਏ ਸੀ? ਪਹਿਲਾਂ ਆਏ ਲਾਹੌਰ। ਅੱਛਾ, ਜਦੋਂ ਤੁਸੀਂ ਲਾਹੌਰ ਪਹੁੰਚੇ ਜੇ, ਤੁਹਾਡੇ ਕੋਲ ਕੁਝ ਖਾਣ ਪੀਣ ਵਾਸਤੇ ਵੀ ਹੈ ਸੀ? ਕੋਈ ਸ਼ਾਇਦ ਸਾਡੇ ਕੋਲ ਕੋਈ ਸੀ। ਔਰ ਜੇ ਲਾਹੌਰ ਆਏ ਹਾਂ, ਫਿਰ ਬਈ ਅਸੀਂ ਇੱਕ ਮੇਰੀ ਭਰਜਾਈ ਸੀ ਮੇਰੇ ਨਾਲ, ਅਸੀਂ ਛੋਟੇ ਸੀ। ਅੱਛਾ, ਇੱਕ ਭੈਣ ਸੀਗੀ, ਇੱਕ ਨਾਲ ਪਤਲੇ ਛੋਟ ਸੀਗਾ। ਉਹ ਜਿਹੜੀ ਮੇਰੇ ਨਾਲ ਸਿਆਣਾ ਸੀ। ਉਹ ਜਿਹੜੇ ਬੱਸਾਂ ਆਏ ਆ ਦੂਸਰੇ ਤੇ ਰਹਿ ਕੇ ਉੱਥੇ ਅਸੀਂ ਲਮਕ ਗਏ। ਜਿਹੜੇ ਲਮਕ ਗਏ ਉਹ ਆ ਗਏ। ਅਸੀਂ ਇਹ ਲੈ ਕੇ ਲਾਹੌਰ, ਸਾਨੂੰ ਲੈ ਕੇ ਤੁਰ ਪਏ ਉਹ ਜਿੱਥੇ ਲਾਵਾਰਸ ਸੀ। ਅੱਛਾ, ਕੈਂਪ ਲੱਗਿਆ ਸੀ? ਕੈਂਪ ਲੱਗਾ ਸੀ। ਠੀਕ। ਉਧਰ ਨੂੰ ਤੁਰ ਜਾਂਦੇ ਸੀਗੇ ਤੇ ਮੁੜ ਗਾੜੀ ਸਾਡਾ ਇੱਕ ਰਿਸ਼ਤੇਦਾਰ ਸੀਗਾ ਇੱਥੇ ਸ਼ਾਹੀ ਵਾਲਾ ਬੈਠੇ ਦਿੱਤੇ ਆਏ। ਅੱਛਾ, ਉਹ ਸਾਨੂੰ ਉੱਥੋਂ ਟਿਕਟ ਪਿਆ ਜੇ ਮਿਲੇ, ਉਹ ਸਾਨੂੰ ਲੱਭਦੇ ਫਿਰਦੇ ਸੀ। ਅੱਛਾ, ਉਹ ਪਹਿਲੇ ਆ ਗਏ ਸੀ? ਉਹ ਪਹਿਲਾਂ ਦੇ ਇੱਥੇ ਰਹੇ? ਪਹਿਲਾਂ ਦੇ ਇੱਥੇ ਰਹੇ ਸੀ। ਅੱਛਾ, ਮੁੜ ਉਹਨਾਂ ਨੇ ਲੱਭਦੇ ਫਿਰਦੇ ਸੀ, ਉਹਨਾਂ ਸਿਆਣ ਲਏ ਤੇ ਮੁੜ ਸਾਨੂੰ ਨਾਲ ਲੈ ਉੱਥੇ ਚੜ੍ਹੇ ਗੱਡੀ ਤੇ ਇੱਥੇ ਆ ਕੇ ਸਾਹੀਵਾਲ ਉਤਰ ਗਏ ਕਾੜੇ। ਮੁੜ ਉੱਥੇ ਚਲ ਗਏ।
ਅੱਛਾ, ਫਿਰ ਉਹ ਜਿਹੜਾ ਰਕਬਾ ਤੁਹਾਡਾ ਉੱਥੇ ਸੀ ਉਹ ਤੁਹਾਨੂੰ ਇੱਥੇ ਆ ਕੇ ਵੀ ਮਿਲਿਆ? ਸਾਨੂੰ ਇੱਥੇ ਆਣ ਕੇ ਰਕਬਾ ਜਿਹੜਾ ਸੀਗਾ ਉਹ ਸਾਨੂੰ ਨਹੀਂ ਮਿਲਿਆ, ਅੱਛਾ ਥੋੜਾ ਥੋੜਾ ਮਿਲਿਆ। ਅੱਛਾ। ਕਿਸੇ ਨੂੰ 10 ਕਿੱਲੇ, ਕਿਸੇ ਨੂੰ 4 ਕਿੱਲੇ, ਕਿਸੇ ਨੂੰ 5 ਕਿੱਲੇ, ਕਿਸੇ ਨੂੰ ਕਿੱਲਾ, ਕਿਸੇ ਨੂੰ ਵਿਗਾ, ਬਾਕੀ ਕੋਈ ਨਹੀਂ ਮਿਲੀ। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਸਾਹੀਵਾਲ 'ਚ ਪਹਿਲੇ ਆਏ, ਆਹੋ। ਸਾਹੀਵਾਲ ਤੋਂ ਅੱਗੇ ਫਿਰ ਕਿੱਥੇ ਕਿੱਥੇ ਗਏ? ਸਾਹੀਵਾਲ ਤੋਂ ਅੱਗੇ ਅਸੀਂ ਉੱਥੇ ਮਾਇਆ ਸਟੇਸ਼ਨ ਹੈ, ਹੂੰ। ਉਹ ਸਟੇਸ਼ਨ 'ਤੇ ਚਲੇ ਗਏ। ਉੱਥੇ ਸਾਡੇ ਰਿਸ਼ਤੇਦਾਰ ਬੈਠੇ ਕਿਤੇ ਲੈ ਗਏ ਆ। ਅੱਛਾ। ਤੇ ਬੋਲਿਆ ਤੇ ਜ਼ਿਲ੍ਹਾ ਵਾ ਮੈਂ ਰਿਆਇਤ ਤੇ ਹੀ ਦੱਸੀ। ਹੂੰ ਹੂੰ ਉੱਥੇ 33 ਕਿਆ ਖਮਾ ਉੱਥੇ ਅਸੀਂ ਰਹੇ ਹਾਂ। ਉੱਥੇ ਕਿੱਲਾ ਜੀ ਪਿਆ, ਜੇ ਕਿੱਲਾ ਜੀ ਪਿਆ ਤੇ ਉੱਥੇ ਦਿੱਲੀ ਦੇ ਆਏ ਸੀਗੇ ਗੀਤੇ, ਹੂੰ ਉਹ ਜੈਲਦਾਰ ਸੀ ਕਾੜੇ, ਹੂੰ ਉਹਦੀ ਬਰਾਦਰੀ ਆਈ। ਉਹ ਸਾਡੇ ਨਾਇਬ ਤਹਿਸੀਲਦਾਰ ਦੇ ਹੀ ਹੋਏ ਉਹ ਨਾਂ, ਹੂੰ। ਤੇ ਉਹਨ ਵੱਡੇ ਤਹਿਸੀਲਦਾਰ ਦੇ ਕਰਾ ਕੇ ਤੇ ਸਾਨੂੰ ਫਾਰਗ ਕਰਤਾ ਰਕਬੇ ਤੋਂ? ਰਕਬੇ ਤੋਂ। ਅੱਛਾ। ਕਿੱਲਾ ਜੀ ਵੀ ਉੱਥੇ ਪਿਆ ਸੀ ਤੇ ਮੁੜ ਕੇ ਸਾਰੇ ਇੱਧਰ ਆ ਗਏ। ਇੱਥੇ ਲਾਸ ਗਿਆ ਇਹਨਾਂ ਝੁੰਗਣਾ ਦੇ ਨਾਲ, ਹੂੰ। ਮੁੜ ਇੱਥੇ ਆ ਗਏ। ਅੱਛਾ, ਇਹ ਦੱਸੋ ਵੀ ਹਿੰਦੁਸਤਾਨ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਸੀ ਹੂੰ। ਉੱਥੇ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ ਸੀ? ਸ਼ਾਦੀਆਂ ਹੁੰਦੀਆਂ, ਜੰਗਾਂ ਚੜ੍ਹਦੀਆਂ ਸੀ, ਘੋੜੀਆਂ 'ਤੇ ਜਾਂਦੀਆਂ ਸੀ। ਅੱਛਾ, ਕੋਈ ਐਸਾ ਵਾਕਿਆ ਉਹ ਹਿੰਦੁਸਤਾਨ ਦਾ ਸੁਣਾਓ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੋਵੇ? ਉਦੋਂ ਵਾਕਿਆਂ ਦਾ ਕੀ ਪਤਾ ਲੱਗਦਾ ਹੈਗਾ, ਹੂੰ ਜਦੋਂ ਮੁਸੀਬਤ ਬਣੀ ਉਦੋਂ ਪਤਾ ਲੱਗਦਾ। ਪਹਿਲਾਂ ਤਾਂ ਬੜੇ ਬਦਮਾਸ਼ ਸੀ, ਸਿੱਖ ਵੀ ਤੇ ਮੁਸਲਮਾਨ ਵੀ। ਸ਼ਰਾਬਾਂ ਪੀਂਦੀ ਸੀ, ਹੁਣ ਕੋਈ ਪੀਂਦਾ? ਨਹੀਂ, ਉਹ ਤਾਂ ਫਿਰ ਹਿੰਦੁਸਤਾਨ ਤਾਂ ਮੁਸਲਮਾਨਾਂ ਦਾ ਅਸਲ ਮੁਲਕ ਨਹੀਂ ਸੀ ਨਾ। ਆਹੋ। ਹੁਣ ਤਾਂ ਪਾਕਿਸਤਾਨ ਮੁਸਲਮਾਨਾਂ ਦਾ, ਇੱਥੇ ਤਾਂ ਪਾਬੰਦੀ ਹੈ। ਤੇ ਇੱਥੇ ਪਾਬੰਦੀ ਹੈ ਤੇ ਇੱਥੇ ਮੁਸਲਮਾਨ ਹੀ ਇੱਥੇ ਆਣ ਕੇ ਹੋਏ। ਅੱਛਾ, ਉਹ ਜਿਹੜੀਆਂ ਸ਼ਾਦੀਆਂ ਉੱਥੇ ਹੁੰਦੀਆਂ ਸੀ, ਆਹੋ। ਮੈਂ ਇਹ ਸੁਣਿਆ ਕਈ ਅਕਸਰ ਅਸੀਂ ਇੰਟਰਵਿਊ ਕਰਨੇ ਆ ਨਾ, ਉਹ ਦੱਸਦੇ ਨੇ ਕਿ ਉੱਥੇ 4-4 ਦਿਨ 5-5 ਦਿਨ ਬਰਾਤਾਂ ਰਹਿੰਦੀਆਂ ਸੀ। ਉੱਥੇ 4 ਦਿਨ ਨੇ। ਉਹ ਕਿਸ ਗੱਲੋਂ ਰਹਿੰਦੀਆਂ ਸੀ, ਕੋਈ ਵਜ੍ਹਾ ਤਾਂ ਦੱਸੋ? ਰਿਵਾਜ ਦੀ ਗੱਲ, ਅੱਛਾ, ਰਿਵਾਜ ਸੀ। ਰਿਵਾਜ ਸੀ। ਅੱਛਾ, ਬਰਾਤ ਨੂੰ ਫਿਰ ਖਾਣ ਪੀਣ ਵਾਸਤੇ ਕੀ ਦਿੰਦੇ ਸੀ? ਸਭ ਕੁਝ ਦਿੰਦੇ ਸੀ, ਜਿਵੇਂ ਹੁਣ ਦਿੰਦੇ ਐਵੇਂ ਦਿੰਦੇ ਸੀਗੇ। ਗੋਸ਼ਤ ਵੀ, ਚੌਲ ਵੀ, ਸਭ ਕੁਛ ਹੀ। ਅੱਛਾ। ਉੱਥੇ ਰਿਵਾਜ ਦੀ ਗੱਲ ਸੀ। ਉੱਥੇ 4-4 ਦਿਨ, 5-5 ਦਿਨ, 3-3 ਦਿਨ ਰਹਿੰਦੇ ਸੀ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਨਾ ਸਭ ਤੋਂ ਮਸ਼ਹੂਰ ਕਿਹੜੀ ਚੀਜ਼ ਸੀ? ਸਾਡੇ ਪਿੰਡ ਦੇ ਵਿੱਚ ਮਸ਼ਹੂਰ ਮਕਈਆਂ ਸੀ, ਕਮਾਦ ਸੀ, ਮਾਂਹ ਸੀ, ਤੇਲ ਸੀ, ਸਾਰੀਆਂ ਚੀਜ਼ਾਂ ਹੁੰਦੀਆਂ। ਨਹੀਂ, ਕੋਈ ਐਸੀ ਦੁਕਾਨ, ਕੋਈ ਐਸਾ ਬੰਦਾ, ਕੋਈ ਐਸੀ ਚੀਜ਼ ਜਿਹੜੀ ਉੱਥੇ ਮਸ਼ਹੂਰ ਹੋਵੇ ਤੇ ਅੱਜ ਵੀ ਉਹਦਾ ਪਤਾ ਹੋਵੇ ਵੀ ਇਹ ਚੀਜ਼ ਅਜੇ ਮੌਜੂਦ ਆ ਉੱਥੇ? ਸਾਡੇ ਉੱਥੇ ਪਿੰਡ ਛੋਟਾ ਜਿਹਾ ਹੈਗਾ, ਉੱਥੇ ਕੋਈ ਸ਼ੈ ਨਹੀਂ ਸੀ। ਅੱਛਾ। ਸ਼ਹਿਰੋਂ ਜਾ ਕੇ ਲਿਆਉਂਦੇ ਜੋ ਲਿਆਉਂਦੇ। ਰੀਲਾ ਸ਼ਹਿਰ ਸੀ ਸਾਡੇ ਲਾਗੇ, ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ। ਹੂੰ। ਉੱਥੋਂ ਜਾ ਕੇ ਲਿਆਉਂਦੇ ਸਭ ਕੁਛ। ਅੱਛਾ, ਮੰਡੀ ਕਿਹੜੀ ਲੱਗਦੀ ਸਨ ਨਜ਼ਦੀਕ? ਉਹ ਸ਼ਹਿਰ ਸੀ ਕੀ ਸ਼ਹਿਰ ਦਾ ਨਾਮ? ਰਹੀਲਾ ਦੱਸਿਆ? ਰੀਲਾ ਸ਼ਹਿਰ। ਜਿਹੜੇ ਹਿੰਦੂ ਸੀ ਉਹ ਸ੍ਰੀ ਗੋਬਿੰਦਪੁਰ ਰਹਿੰਦੇ ਸੀ ਹੂੰ। ਤੇ ਮੁਸਲਮਾਨ ਰੀਲਾ ਸ਼ਹਿਰ ਰੱਖਿਆ। ਅੱਛਾ, ਜਿਸ ਤਰ੍ਹਾਂ ਨੂੰ ਅੱਜ ਅਸੀਂ ਦੇਖਦੇ ਹਾਂ ਨਾ, ਅੱਜ ਦੀ ਆਵਾਮ ਕੋਲ ਬਿਲਕੁਲ ਟਾਈਮ ਹੀ ਕੋਈ ਨਹੀਂ, ਮਸਰੂਫ ਆ, ਹਰ ਕੋਈ ਆਪਣੇ ਕੰਮਾਂ 'ਚ ਫਸਿਆ। ਹਿੰਦੁਸਤਾਨ 'ਚ ਕੀ ਸੂਰਤ ਹਾਲ ਸੀ ਤੁਹਾਡੇ ਰਹਿਣ ਦੀ? ਹਿੰਦੁਸਤਾਨ ਦੇ ਵਿੱਚ ਇੰਨਾ ਲਾਲਚ ਕੋਈ ਨਹੀਂ ਸੀਗਾ। ਅੱਛਾ। ਆਪਣੀ ਮਰਜ਼ੀ ਨਾਲ ਤੁਰੇ ਫਿਰਦੇ ਸੀ, ਕਰਦੇ ਸੀ, ਵਾਹੀਆਂ ਕਰਦੇ ਸੀ। ਜਿਹੜੇ ਦੂਏ ਸੀ ਉਹ ਵੀ ਆਪਣੇ ਆਜ਼ਾਦ ਫਿਰਦੇ ਸੀ। ਉੱਥੇ ਖੇਲਾਂ ਸ਼ੇਲਾਂ ਕਿਹੜੀਆਂ ਹੁੰਦੀਆਂ ਸੀ, ਖੇਡਾਂ ਜਿਹੜੀਆਂ ਨੇ? ਖੇਲਾਂ ਉੱਥੇ ਕਬੱਡੀਆਂ ਹੁੰਦੀਆਂ ਆਈਆਂ। ਮਹੀਨੇ ਪਿੱਛੇ ਸਾਡੇ ਸ਼ਹਿਰ ਤੀਆਂ ਲੱਗਦੀਆਂ, ਤੀਆਂ ਉਹਨਾਂ ਨੂੰ ਸੱਦਦੇ। ਅੱਛਾ। ਮਹੀਨੇ ਬਾਅਦ ਉਹ ਤੀਆਂ ਜਿਹੜੀਆਂ ਉਹ 12 ਮਹੀਨੇ ਹੁੰਦੀਆਂ ਨੇ। ਉੱਥੇ ਕੌਡੀ ਵੀ ਹੁੰਦੀ, ਕਬੱਡੀ ਵੀ ਹੁੰਦੀ, ਘੋੜ ਵੀ ਹੁੰਦੀ। ਜੋ ਭਲਵਾਨ ਹੋਣਾ ਸਭ ਉੱਥੇ ਆਉਣਾ। ਅੱਛਾ, ਯਾਨੀ ਜਿਵੇਂ ਇੱਥੇ ਮੇਲੇ ਲੱਗਦੇ ਨੇ ਉੱਥੇ ਤੀਆਂ ਲੱਗਦੀਆਂ ਸੀ? ਤੀਆਂ। ਅੱਛਾ, ਉਹ ਸ਼ਾਦੀਆਂ ਤੇ ਮੈਂ ਸੁਣਿਆ ਕਿ ਬੋਲੀਆਂ ਸ਼ੋਲੀਆਂ ਬੜੀਆਂ ਪਾਉਂਦੇ ਸੀ? ਬੜੀਆਂ ਪਾਉਂਦੇ ਸੀ। ਤੁਹਾਨੂੰ ਇੱਕ ਬੋਲੀ ਆਉਂਦੀ ਹੈ? ਨਹੀਂ, ਸਾਨੂੰ ਕੋਈ ਨਹੀਂ ਆਉਂਦੀ, ਮੁਸਲਮਾਨ ਨੂੰ ਨਹੀਂ ਆਉਂਦੀ। ਅੱਛਾ, ਕੋਈ ਉੱਥੇ ਤੁਹਾਡਾ ਜਿਹੜਾ ਕੋਈ ਸਿੱਖ ਹੋਵੇ ਬੇਲੀ ਤੇ ਉਹ ਬੜਾ ਮਸ਼ਹੂਰ ਹੋਵੇ, ਉਹਦਾ ਕੋਈ ਵਾਕਿਆ, ਕੋਈ ਗੱਲਬਾਤ ਐਸੀ? ਸਾਡੇ ਦੇ ਉੱਥੇ ਸਿੱਖ ਜੀ ਇੱਕ ਈਸ਼ਰ ਸੀ ਬਦਮਾਸ਼। ਅੱਛਾ। ਉਹ ਹੈਗਾ ਸਾਥੋਂ ਇੰਨਾ ਕਰਨਾ ਜਿੱਦਾਂ ਇੱਥੋਂ 12 ਮੀਲ ਆ। ਅੱਛਾ। ਇੱਕ ਪੇਜੋ ਚੱਕ ਸੀਗਾ, ਉਹਦਾ ਨਾਂ ਇੱਕ ਧੀਰੋਵਾਲ ਸੀ, ਉਹਦਾ ਨਾਂ ਕਿਛਣਾ ਸੀਗਾ। ਅੱਛਾ। ਉਹ ਇਹੋ ਜਿਹੇ ਬਦਮਾਸ਼ ਸੀਗੇ ਵੀ ਜੇ ਕੋਈ ਕਿਸੇ ਨੇ ਕੁਹਾੜੀ ਮਾਰੀ ਸੀ ਨਾ ਚਿੱਤੜਾਂ ਦੇ, ਜਿਹੜਾ ਅਰਜੂ ਆ ਉਹਦੇ ਮਾਰੀ ਕੁਹਾੜੀ ਬਦਮਾਸ਼ ਦੀ। ਅੱਛਾ। ਉਹਦਾ ਚਿੱਤਰ ਬਾਹਰ ਛੱਡਿਆ, ਲਮਕਿਆ ਠਾਂ। ਅੱਛਾ। ਉਹਨੂੰ ਪੁੱਛਣ ਲੱਗੇ, ਉਹ ਤੇਰਾ
ਇਹਦੀ ਲੜਾਈ ਹੋਈ ਤੇ ਆਂਦਾ ਇਹ ਕਿ ਤੇਰਾ ਚਿੱਤਰ ਸਾਰਾ ਵੱਡਿਆ ਆਂਦਾ ਮਾੜੀ ਜਿਹੀ ਝਟੀਕ ਤੇ ਆਈ ਆ। ਅੱਛਾ, ਇਹੋ ਜਿਹਾ ਬਦਮਾਸ਼ ਸੀ, ਯਾਨੀ ਦਲੇਰ ਸੀ, ਜਵਾਨ ਇੰਨਾ ਸੀ। ਜਵਾਨ ਇੰਨਾ ਹੀ। ਅੱਛਾ, ਹੋਰ ਕੋਈ ਵਾਕਿਆ? ਇੱਕ ਰਾਹ ਸਾਡੇ ਗਾੜੀਆਂ ਨਹੀਂ ਜਾਂਦਾ ਸ਼ਹਿਰ ਨੂੰ, ਅੱਛਾ, ਤੇ ਉਹ ਜਿਹੜੇ ਬਦਮਾਸ਼ ਸੀ ਉਹ ਸਾਡੇ ਪੈ ਜਾਂਦੇ ਸੀ। ਉਦੋਂ ਸੜਕਾਂ ਕੋਈ ਨਹੀਂ, ਕੱਚੀਆਂ ਹੁੰਦੀਆਂ ਸੀ, ਅੱਛਾ, ਪੈ ਜਾਂਦੇ ਸੀ। ਤੇ ਸਾਡੇ ਜਿਹੜੇ ਭਟਕੇ ਸੀ ਤੇ ਕੋਈ ਹਾਲ ਗਿਆ ਹੈ, ਕੋਈ ਪੱਠੇ ਭਾੜੇ ਨੂੰ ਗਿਆ ਹੈ। ਬਦਮਾਸ਼ਾਂ ਨੇ ਆਣ ਕੇ ਮਾਰੀ ਚੀਕ, ਜਿਸ ਤਰ੍ਹਾਂ ਇੱਥੋਂ ਆ ਮੂਤਕਾਣਾ ਪਿੰਡ ਦੇ ਲਾਗੇ ਆਣ ਕੇ। ਇੱਕ ਸਾਡੇ ਅਖੀਰ ਸੀ ਰੌਲ, ਆ ਜਿਹੜੇ ਮੰਗਦੇ ਹੁੰਦੇ ਤਾਜ਼ੀਏ, ਉਹ ਪੱਠੇ ਕੁਤਰਦਾ ਘਰ ਬੈਠਾ ਹੈਗਾ। ਸਾਡੇ 5-7 ਘਰ ਬੈਠੇ ਬਾਲੇ ਸੀ ਕਮੀਆਂ ਦੇ। ਉਹਦੇ ਟੋਕਾ ਹੱਥ 'ਚ ਤੇ ਬੂਹੇ ਸਾਡੇ ਬਸਤੀ ਤੇ ਬੂਹੇ ਦੀ ਗਾੜੀਆਂ 'ਤੇ ਜਾਂਦੀ ਸੜਕ। ਅੱਛਾ, ਉਹ ਉੱਠ ਕੇ ਜਾ ਕੇ ਤੇ ਟੋਕਾ ਹੱਥ 'ਚ ਲੈ ਲਿਆ ਤੇ ਜਦੋਂ ਘੋੜੀਆਂ 2 ਜਣੇ ਘੋੜੇ ਲੱਗ ਗਏ ਤੇ ਉਹਨਾਂ ਲਗਾਮ ਫੜ ਲਈ। ਅੱਛਾ, ਲਗਾਮ ਫੜ ਕੇ ਆਖਣ ਲੱਗਾ ਤੂੰ ਚੀਕ ਕੇ ਮਾਰੀ ਇੱਥੇ ਆਣ ਕੇ। ਦੂਏ ਜਿਹੜੇ ਸੀ ਖੜੇ ਹੋ ਤੇ ਗਏ ਆਪਣੀ ਕਮੀ ਛੇਮੀ। ਉਹ ਆਖਣ ਲੱਗੇ ਗਾੜੀਆਂ ਵੀ ਤੇ ਤੂੰ ਤੇ ਫੇਰ ਤੂੰ ਤੇ ਆਏਗਾ ਨਾ ਮੰਗਣ, ਤੁਹਾਡੇ ਮੈਂ ਨਾ ਮੰਗਣ ਆਊਂਗਾ। ਬਾਕੀ ਚੀਕ ਕੇ ਮਾਰੀ ਆ। ਟੋਕਾ ਲੱਗਾ ਮਾਰਨ ਤੇ ਆਖਣ ਲੱਗਾ ਵੀ ਐਦੋਂ ਗਾਂ ਚੀਕ ਨਹੀਂ ਮਾਰਦੇ ਇੱਥੇ ਲੱਗ ਜਾਣ। ਸਾਤੋਂ ਹਟਮਾ ਸੀਗਾ, ਜਿਸ ਤਰ੍ਹਾਂ ਇੱਥੋਂ ਚਾਂਦਾ ਉੱਥੋਂ ਪਰਾਂ ਜੋ ਮਰਜ਼ੀ ਕਰਦੇ ਰਹਿਣ, ਉੱਧਰੋਂ ਇੱਧਰੋਂ ਦੀਨਦਾਰਾਂ ਦੇ ਪਰਲੇ ਜੋ ਮਰਜ਼ੀ ਕਰਦੇ। ਸਾਡੀ ਹੋਸ਼ ਵਿੱਚ ਮੁੜ ਕੇ ਉਹਨਾਂ ਨੇ ਉੱਥੇ ਆਣ ਕੇ ਚੀਜ਼ ਨਹੀਂ ਮਾਰੀ। ਸਹੀ, ਐਡਾ ਕੰਟਰੋਲ ਕੀਤਾ, ਕਮੀ ਹੋ ਕੇ ਬਹਾਦਰੀ ਕੀਤੀ ਇਹਨੇ। ਅੱਛਾ, ਕਿ ਪਿੰਡ ਦੇ ਵਿੱਚ ਕੋਈ ਮਾਮਲਾ ਕੋਈ ਮਸਲਾ ਬਣ ਜਾਂਦਾ ਸੀ ਤੇ ਕੌਣ ਫੈਸਲੇ ਕਰਦਾ ਸੀ? ਸਾਡੇ ਪਿੰਡ 'ਚ ਕੋਈ ਵੀ ਨਹੀਂ ਫੈਸਲੇ ਕਰਦਾ। ਨੰਬਰਦਾਰ ਕੋਈ ਨਹੀਂ ਸੀ ਤੁਹਾਡੇ ਪਿੰਡ ਦਾ? ਨੰਬਰਦਾਰ ਸ਼ਹਿਰ ਸੀਗਾ, ਕੀ ਨਾਂ ਸੀ ਉਹਦਾ? ਉਹਨਾਂ ਸੀਗਾ ਬਾਹਮਣ ਸੀਗਾ। ਜੈਸਾ ਕਿ ਨਾਜ਼ਰੀਨ ਤੁਸੀਂ ਸੁਣਿਆ, ਅਸੀਂ ਬਾਬੇ ਜੀ ਨਾਲ ਗੱਲਬਾਤ ਕੀਤੀ ਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਆਪਣੇ ਹੋਸਟ ਗੁਲਾਮ ਮੁਸਤਫਾ ਸਿੰਧੂ ਨੂੰ ਦਿਓ ਇਜਾਜ਼ਤ ਤੇ ਮਿਲਾਂਗੇ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।